ਕੌਰ ਸੀਨੀਅਰ ਸੈਕੰਡਰੀ ਸਕੂਲ ਤੋਂ SST ਮਿਸਟਰਸ ਹਾਂ ਤੇ ਅੱਜ ਅਸੀਂ ਤੁਹਾਨੂੰ ਲੈਸਨ ਨੰਬਰ 3 ਕਰਾ ਰਹੇ ਹਾਂ 10th ਕਲਾਸ ਦਾ ਜੀਓਗ੍ਰਾਫੀ ਦਾ ਲੈਸਨ ਹੈਗਾ ਆ ਭਾਰਤ ਦਾ ਜਲ ਪ੍ਰਵਾਹ ਇੰਡੀਆ ਡਰੇਨੇਜ ਸਿਸਟਮ। ਸਭ ਤੋਂ ਪਹਿਲਾਂ ਅਸੀਂ ਜਲ ਪ੍ਰਵਾਹ ਕਿਸ ਨੂੰ ਕਹਿੰਦੇ ਹਨ ਇਸ ਬਾਰੇ ਗੱਲ ਕਰਦੇ ਹਾਂ। ਜਲ ਪ੍ਰਵਾਹ ਕਿਸੇ ਇਲਾਕੇ ਵਿੱਚ ਵਹਿਣ ਵਾਲੇ ਨਦੀਆਂ ਅਤੇ ਦਰਿਆਵਾਂ ਤੇ ਨਹਿਰਾਂ ਦੇ ਜਾਲ ਨੂੰ ਕੀ ਕਿਹਾ ਜਾਂਦਾ ਹੈ? ਜਲ ਪ੍ਰਵਾਹ। ਭਾਵ ਕਿ ਉਸ ਇਲਾਕੇ ਵਿੱਚ ਜਿੰਨੀਆਂ ਵੀ ਨਦੀਆਂ ਵਹਿੰਦੀਆਂ, ਦਰਿਆ ਵਹਿੰਦੇ ਨੇ ਜਾਂ ਨਹਿਰਾਂ ਵਹਿੰਦੀਆਂ ਨੇ, ਉਹਨਾਂ ਦਾ ਇੱਕ ਗ੍ਰਿਡ ਬਣ ਜਾਂਦਾ ਹੈ, ਉਹਨਾਂ ਨੂੰ ਕੀ ਕਹਿੰਦੇ ਆ? ਜਲ ਪ੍ਰਵਾਹ। ਜਲ ਪ੍ਰਵਾਹ ਤੋਂ ਬਾਅਦ ਹੁਣ ਅਸੀਂ ਇਹਦਾ ਸਰੂਪ ਬਾਰੇ ਜਾਣਕਾਰੀ ਹਾਸਲ ਕਰਾਂਗੇ। ਇਹਦੀ 3 ਸਰੂਪ ਹੈਗੇ ਜਲ ਪ੍ਰਵਾਹ ਦੇ। ਫਸਟ ਹੈਗਾ ਆ ਦੁਆਬ, ਦੂਜਾ ਹੈਗਾ ਆ ਜਲ ਵਿਭਾਜਕ ਅਤੇ ਤੀਜਾ ਹੈਗਾ ਆ ਜਲ ਨਿਕਾਸ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਦੋ ਆਬ ਦਾ ਮਤਲਬ ਦੋ, ਆਬ ਦਾ ਮਤਲਬ ਦਰਿਆ। ਭਾਵ ਕਿ ਜਿਸ ਇਲਾਕੇ ਵਿੱਚ ਦੋ ਦਰਿਆ ਵਹਿੰਦੇ ਹੋਣ ਉਸ ਇਲਾਕੇ ਦਾ ਜਿਹੜਾ ਵਿਚਲਾ ਖੇਤਰ ਹੈ ਉਹਨੂੰ ਅਸੀਂ ਕੀ ਆਖਦੇ ਹਾਂ? ਦੋ ਆਬ। ਸਭ ਤੋਂ ਪਹਿਲਾਂ ਅਸੀਂ ਬਾਰੀ ਦੁਆਬ ਬਾਰੇ ਗੱਲ ਕਰਦੇ ਹਾਂ। ਬਾਰੀ ਦੁਆਬ ਜੋ ਕਿ ਦੋ ਦਰਿਆਵਾਂ ਦੇ ਸੁਮੇਲ ਤੋਂ ਬਣਿਆ, ਬਿਆਸ ਪਲੱਸ ਰਾਵੀ। ਜਿਵੇਂ ਕਿ ਬਾਰੀ ਦੇ ਨਾਮ ਤੋਂ ਹੀ ਤੁਸੀਂ ਅੰਡਰਸਟੈਂਡ ਕਰ ਗਏ ਹੋਵੋਗੇ। ਬੱਬਾ ਇਹਦਾ ਅੱਖਰ ਲੈ ਲਓ ਪਹਿਲਾ, ਉਸ ਤੋਂ ਬਿਆਸ ਦਰਿਆ ਬਣਦਾ ਹੈ, ਤੇ ਰਾਰਾ ਅੱਖਰ ਲੈ ਲਓ ਉਸ ਤੋਂ ਰਾਵੀ। ਉਸ ਤੋਂ ਬਾਅਦ ਆਉਂਦਾ ਹੈ ਬਿਸਤ ਦੁਆਬ। ਇਸ ਦਾ ਵੀ ਪਹਿਲਾ ਜਿਹੜਾ ਹੈਗਾ ਬਿਸਤ, ਬੱਬੇ ਤੋਂ ਬਿਆਸ, ਸਸਤੇ ਤੋਂ ਸਤਲੁਜ। ਜਿਹੜਾ ਇਹਨਾਂ ਦਰਿਆਵਾਂ ਦਾ ਵਿਚਕਾਰਲਾ ਖੇਤਰ ਹੈਗਾ ਹੈ ਉਹ ਕੀ ਬਣਦਾ ਹੈਗਾ? ਬਿਸਤ ਦੁਆਬ। ਭਾਵ ਕਿ ਬਿਆਸ ਅਤੇ ਸਤਲੁਜ ਦੇ ਵਿਚਕਾਰਲਾ ਜਿਹੜਾ ਹਿੱਸਾ ਆ ਉਸ ਨੂੰ ਬਿਸਤ ਦੁਆਬ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਹੈਗਾ ਆ ਝੱਜ ਦੁਆਬ। ਚਨਾਬ ਪਲੱਸ ਜੇਹਲਮ ਦਰਿਆਵਾਂ ਜੋ ਮਿਲ ਕੇ ਵਿਚਕਾਰਲਾ ਹਿੱਸਾ ਬਣਾਉਂਦੇ ਹੈਗੇ ਆ ਉਸ ਨੂੰ ਕੀ ਕਹਿੰਦੇ ਨੇ? ਝੱਜ ਦੁਆਬ। ਇਸ ਤੋਂ ਬਾਅਦ ਚੌਥਾ ਆ ਗਿਆ ਰਚਨਾ ਦੁਆਬ। ਰਾਰਾ ਤੋਂ ਰਾਵੀ, ਚੱਚੇ ਤੋਂ ਚਨਾਬ। ਰਾਵੀ ਅਤੇ ਚਨਾਬ ਦੋਨਾਂ ਦਰਿਆਵਾਂ ਦਾ ਜਿਹੜਾ ਵਿਚਕਾਰਲਾ ਹਿੱਸਾ ਹੈਗਾ ਆ ਉਸ ਨੂੰ ਕਿਹਾ ਜਾਂਦਾ ਹੈਗਾ ਆ ਰਚਨਾ ਦੁਆਬ। ਹੁਣ ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਜਲ ਵਿਭਾਜਕ, ਯਾਨੀ ਕਿ ਵਾਟਰ ਡਿਵਾਈਡ ਕਿਸ ਤਰ੍ਹਾਂ ਹੁੰਦਾ ਹੈ। ਕੋਈ ਵੀ ਉੱਚਾ ਖੇਤਰ ਜਿਵੇਂ ਕੋਈ ਪਰਬਤ ਜਾਂ ਉੱਚੀ ਭੂਮੀ ਦੇ ਜਲ ਪ੍ਰਵਾਹਾਂ ਨੂੰ ਜਦੋਂ ਦੋ ਹਿੱਸਿਆਂ ਵਿੱਚ ਵੰਡਦੀ ਹੈ ਉਸ ਨੂੰ ਜਲ ਵਿਭਾਜਕ ਕਿਹਾ ਜਾਂਦਾ ਹੈ। ਜਿਵੇਂ ਕਿ ਜਿੱਥੋਂ ਪਾਣੀ ਸਟਾਰਟ ਹੁੰਦਾ ਹੈ, ਜਿਵੇਂ ਅਸੀਂ ਜੇ ਪਹਾੜਾਂ ਜਾਂ ਪਰਬਤਾਂ ਦੀ ਗੱਲ ਕਰੀਏ, ਬਰਫ਼ ਪਿਘਲ ਕੇ ਜਦੋਂ ਨੀਚੇ ਨੂੰ ਆਉਂਦੀ ਹੈ ਇਹ ਕਈ ਹਿੱਸਿਆਂ ਵਿੱਚ ਵੰਡੀ ਜਾਂਦੀ ਹੈ। ਅੱਗੇ ਉਹ ਕਈ ਨਦੀਆਂ, ਦਰਿਆ ਇਸ ਤੋਂ ਬਣਦੇ ਹਨ, ਉਸ ਨੂੰ ਕੀ ਕਿਹਾ ਜਾਂਦਾ ਆ? ਜਲ ਵਿਭਾਜਕ। ਫਿਰ ਹੈਗਾ ਆ ਆਪਰਵਾਹ ਖੇਤਰ। ਕਿਸੇ ਦਰਿਆ ਅਤੇ ਉਸ ਦੀਆਂ ਸਹਾਇਕ ਨਦੀਆਂ ਦੇ ਲਾਗਲੇ ਖੇਤਰ ਜਿੱਥੋਂ ਉਹ ਜਲ ਪ੍ਰਾਪਤ ਕਰਦੇ ਹੈ, ਭਾਵ ਕਿ ਜਿੱਥੋਂ ਉਹ ਸਟਾਰਟ ਹੁੰਦੀਆਂ ਹਨ ਉਸ ਨੂੰ ਆਪਰਵਾਹ ਖੇਤਰ ਕਿਹਾ ਜਾਂਦਾ ਹੈ। ਹੁਣ ਅਸੀਂ ਇੱਥੇ ਇੱਕ ਜਲ ਵਿਭਾਜਕ ਦੀ ਗੱਲ ਕੀਤੀ ਸੀ। ਆਹ ਦੇਖੋ ਅਸੀਂ ਤੁਹਾਨੂੰ ਪਿਕਚਰ ਵਿੱਚ ਦਿਖਾ ਰਹੇ ਹਾਂ। ਜਿਹੜਾ ਪਾਣੀ ਹੈਗਾ ਆ ਉਹ ਉੱਚੇ ਸਥਾਨ ਤੋਂ ਸਟਾਰਟ ਹੋ ਰਿਹਾ। ਤੁਸੀਂ ਇਹਨੂੰ ਪਰਬਤ ਮੰਨ ਸਕਦੇ ਹੋ ਕਿ ਇੱਕ ਪਹਾੜ ਹੈ, ਗਲੇਸ਼ੀਅਰ ਹੈ, ਨੀਚੇ ਮੈਲਟ ਹੋ ਕੇ ਦੇਖੋ ਛੋਟੀਆਂ ਛੋਟੀਆਂ ਲਾਈਨਾਂ ਵਿੱਚ ਦਰਸਾਇਆ ਗਿਆ ਆ। ਇਹ ਛੋਟੇ ਛੋਟੇ ਕੀ ਹੈਗੇ ਆ? ਨਦੀਆਂ ਹੋ ਸਕਦੀਆਂ, ਦਰਿਆ ਹੋ ਸਕਦੇ ਆ, ਜਾਂ ਛੋਟੇ ਛੋਟੇ ਜਿਹੜੇ ਆ ਨਾਲੇ ਹੋ ਸਕਦੇ ਆ। ਇਸ ਤੋਂ ਜਿਹੜਾ ਪਾਣੀ ਹੈ ਸਟਾਰਟਿੰਗ ਪੁਆਇੰਟ ਤੋਂ ਲੈ ਕੇ ਲਾਸਟ ਪੁਆਇੰਟ ਤੱਕ ਜਿਹੜਾ ਹੈ ਕਈ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਇਹ ਕੀ ਹੈਗਾ ਆ? ਵਾਟਰ ਡਿਵਾਈਡ, ਯਾਨੀ ਕਿ ਪਾਣੀ ਨੂੰ ਕਈ ਹਿੱਸਿਆਂ ਵਿੱਚ ਅੱਗੇ ਵੰਡ ਦਿੱਤਾ ਗਿਆ ਹੈ। ਹੁਣ ਇਸ ਤੋਂ ਅੱਗੇ ਅਸੀਂ ਕਰਦੇ ਹਾਂ ਜਲ ਨਿਕਾਸ ਦਾ ਸਰੂਪ। ਡਰੇਨੇਜ ਪੈਟਰਨ ਕੀ ਹੈ ਭਾਰਤ ਵਿੱਚ? ਇਹਦਾ ਨਿਕਾਸ ਕਿੱਦਾਂ ਹੁੰਦਾ ਆ? ਕਿੱਥੋਂ ਇਹ ਸਟਾਰਟ ਹੁੰਦਾ ਹੈ ਤੇ ਕਿੱਥੋਂ ਤੱਕ ਇਹ ਪਹੁੰਚਦਾ ਹੈ? ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਜਲ ਨਿਕਾਸ ਦੀ। ਧਰਤੀ ਦੇ ਕਿਸੇ ਵੀ ਹਿੱਸੇ ਉੱਤੇ ਵਹਿੰਦਾ ਪਾਣੀ ਕਈ ਵੱਖੋ ਵੱਖ ਸਰੂਪ ਬਣਾਉਂਦਾ ਹੈ ਜੋ ਕਿ ਜਲ ਨਿਕਾਸ ਸਰੂਪ ਕਹਾਉਂਦੇ ਹਨ। ਹਰ ਨਦੀ ਜਾਂ ਦਰਿਆ ਹੀ ਵੱਖੋ ਵੱਖ ਇਲਾਕਿਆਂ ਵਿੱਚੋਂ ਵਗਦਾ ਹੋਇਆ ਆਪਰਵਾਹ ਦੇ ਕਈ ਨਮੂਨੇ ਬਣਾਉਂਦਾ ਹੈ।
ਜਿਹੜੇ ਕਿ ਅਸੀਂ ਹੇਠ ਦਿੱਤੇ ਤੁਹਾਨੂੰ ਦਰਸਾਏ ਹਨ। ਸਭ ਤੋਂ ਪਹਿਲਾਂ ਡੰਡੀ ਧਾਰ ਪ੍ਰਵਾਹ, ਇਹਦੇ ਵਿੱਚ ਗੰਗਾ ਬ੍ਰਹਮਪੁੱਤਰ ਨਦੀਆਂ ਦਾ ਸਰੂਪ ਆਉਂਦਾ ਹੈ, ਜਿਹੜੇ ਕਿ ਇੱਕ ਹੌਰੀਜੈਂਟਲ ਹੈਗਾ ਆ, ਡੰਡੀ ਧਾਰ ਪ੍ਰਵਾਹ ਵਿੱਚ ਵਹਿੰਦੇ ਹੈਗੇ ਆ। ਫਿਰ ਸਮਾਂਤਰ ਪ੍ਰਵਾਹ ਹੈਗਾ ਆ, ਜਿਹੜਾ ਕਿ ਪੈਰਲਲ ਚੱਲਦਾ ਹੈ। ਇਹਦੇ ਵਿੱਚ ਮੁੱਖ ਤੌਰ 'ਤੇ ਪੱਛਮੀ ਘਾਟ ਦੀਆਂ ਜਿੰਨੀਆਂ ਵੀ ਨਦੀਆਂ ਆ ਉਹ ਆਉਂਦੀਆਂ ਹੈਗੀਆਂ ਆ। ਫਿਰ ਜਾਲੀ ਨੂਮਾ, ਜਿਹਦੇ ਵਿੱਚ ਇੱਕ ਗ੍ਰਿਡ ਬਣਿਆ ਹੁੰਦਾ, ਜਾਲ ਬਣਿਆ ਹੁੰਦਾ ਆ। ਇਹ ਛੋਟਾ ਨਾਗਪੁਰ, ਜਿਹੜੇ ਪਠਾਰ ਦੀਆਂ ਨਦੀਆਂ ਉਹਨਾਂ ਦਾ ਸਰੂਪ ਆਉਂਦਾ ਇਹਦੇ ਵਿੱਚ। ਫਿਰ ਚੱਕਰੀ ਪ੍ਰਵਾਹ ਹੈਗਾ ਆ, ਇਹਦੇ ਵਿੱਚ ਨਰਮਦਾ ਆਉਂਦਾ ਹੈ, ਸੋਨ ਹੈ, ਮਹਾਨਦੀ ਹੈ। ਅਮਰਕੰਟਕ ਤੋਂ ਨਿਕਲਣ ਵਾਲੀਆਂ ਜਿੰਨੀਆਂ ਵੀ ਨਦੀਆਂ ਦਾ ਸਰੂਪ ਹੈ ਇਹਨਾਂ ਦੇ ਵਿੱਚ ਆਉਂਦਾ ਹੈਗਾ ਆ। ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਭਾਰਤ ਵਿੱਚ ਨਦੀ ਤੰਤਰ। ਇਹਨੂੰ ਅਸੀਂ 4 ਭਾਗਾਂ ਵਿੱਚ ਵੰਡਿਆ ਹੋਇਆ ਹੈਗਾ ਆ। ਜਿੰਨਾ ਵੀ ਭਾਰਤ ਵਿੱਚ ਜਲ ਦਾ ਨਿਕਾਸ ਹੁੰਦਾ ਹੈਗਾ ਆ ਉਹਦੇ 4 ਭਾਗ ਹਨ। ਸਭ ਤੋਂ ਪਹਿਲਾਂ ਅੱਜ ਅਸੀਂ ਗੱਲ ਕਰਦੇ ਹਾਂ ਹਿਮਾਲਿਆ ਦੀਆਂ ਨਦੀਆਂ। ਹਿਮਾਲਿਆ ਤੋਂ ਨਾਮ ਤੋਂ ਹੀ ਤੁਸੀਂ ਅੰਡਰਸਟੈਂਡ ਕਰਦੇ ਹੋ, ਹਿਮਾਲਿਆ ਦਾ ਮਤਲਬ ਹੈਗਾ ਹਿਮ। ਹਿਮ ਦਾ ਮਤਲਬ ਬਰਫ਼। ਬਰਫ਼ ਪਿਘਲਣ ਨਾਲ ਜਿੰਨੀਆਂ ਵੀ ਨਦੀਆਂ ਵਹਿੰਦੀਆਂ ਹੈਗੀਆਂ ਉਹਨੂੰ ਹਿਮਾਲਿਆ ਨਦੀਆਂ ਦਾ ਰੂਪ ਦਿੱਤਾ ਗਿਆ ਆ। ਫਿਰ ਦੂਜੇ ਨੰਬਰ 'ਤੇ ਆਉਂਦਾ ਹੈ ਪ੍ਰਾਦੀਪੀ ਨਦੀ ਤੰਤਰ। ਤੀਜੇ ਨੰਬਰ 'ਤੇ ਤੱਟ ਦੀਆਂ ਨਦੀਆਂ। ਚੌਥੇ ਨੰਬਰ 'ਤੇ ਅੰਦਰੂਨੀ ਨਦੀ ਤੰਤਰ ਅਤੇ ਛੋਟੀਆਂ-ਛੋਟੀਆਂ ਝੀਲਾਂ ਜੋ ਕਿ ਭਾਰਤ ਵਿੱਚ ਵਹਿੰਦੀਆਂ ਨੇ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਹਿਮਾਲਿਆ ਦੀਆਂ ਨਦੀਆਂ। ਇਹਦੇ ਵਿੱਚ 3 ਹੈਗੀਆਂ, ਸਿੰਧ, ਗੰਗਾ, ਬ੍ਰਹਮਪੁੱਤਰ। ਹਿਮਾਲਿਆ ਦੀਆਂ ਕਈ ਨਦੀਆਂ ਹਿਮਾਲਿਆ ਪਰਬਤਾਂ ਦੇ ਬਣਨ ਤੋਂ ਪਹਿਲਾਂ ਵੀ ਵਹਿੰਦੀਆਂ ਰਹੀਆਂ ਨੇ। ਇਹਨਾਂ ਵਿੱਚ ਸਿੰਧ, ਸਤਲੁਜ, ਅਲਕਨੰਦਾ, ਕੋਸੀ ਦੇ ਡੂੰਘੇ ਖੱਡ ਇਸ ਗੱਲ ਦੇ ਗਵਾਹ ਹਨ ਕਿ ਬਹੁਤ ਸਾਰੀਆਂ ਨਦੀਆਂ ਸਿੰਧ, ਗੰਗਾ, ਬ੍ਰਹਮਪੁੱਤਰ ਦੇ ਜਨਮ ਤੋਂ ਪਹਿਲਾਂ ਹੀ ਇੱਥੇ ਵਹਿੰਦੀਆਂ ਰਹੀਆਂ ਨੇ। ਹਿਮਾਲਿਆ ਦੀਆਂ ਨਦੀਆਂ 12ਮਾਸੀ ਹਨ, ਭਾਵ ਕਿ ਜਦੋਂ ਬਰਫ਼ ਪਿਘਲਦੀ ਹੈ 12 ਮਹੀਨੇ ਇਹਨਾਂ ਨਦੀਆਂ ਵਿੱਚ ਪਾਣੀ ਵਹਿੰਦਾ ਰਹਿੰਦਾ ਹੈ ਅਤੇ ਸਾਰਾ ਸਾਲ ਇਹ ਪਾਣੀ ਨਾਲ ਭਰੀਆਂ ਰਹਿੰਦੀਆਂ ਨੇ। ਸਿੰਧ ਅਤੇ ਉਸ ਦੀਆਂ ਸਹਾਇਕ ਨਦੀਆਂ, ਇਸ ਬਾਰੇ ਅਸੀਂ ਗੱਲ ਕਰਦੇ ਹਾਂ। ਸਿੰਧ ਨਦੀਆਂ ਸਮੁੰਦਰ ਤਲ ਤੋਂ 5582 ਮੀਟਰ ਦੀ ਉਚਾਈ ਦੇ ਬੋਖਰਸ਼ੂ ਹਿਮ ਨਦੀ ਤਿੱਬਤ ਤੋਂ ਨਿਕਲਦੀ ਹੈ। ਜਿਹੜੀ ਇਹਦੀ ਮੇਨ ਨਦੀ ਹੈ ਸਿੰਧ ਨਦੀ, ਨਿਕਲਦੀ ਕਿੱਥੋਂ ਆ? ਬੋਖਰਸ਼ੂ ਹਿਮ ਨਦੀ ਹੈ ਜਿਹੜੀ ਕਿ ਤਿੱਬਤ ਤੋਂ ਨਿਕਲਦੀ ਹੈ। ਇਹਦੇ ਖੱਬੇ ਪਾਸੇ ਦੀਆਂ ਸਹਾਇਕ ਨਦੀਆਂ, ਯਾਨੀ ਕਿ ਸਿੰਧ ਨਦੀ ਦੀਆਂ ਜਿਹੜੀਆਂ ਖੱਬੇ ਪਾਸੇ ਦੀਆਂ ਸਹਾਇਕ ਨਦੀਆਂ ਆ ਉਹ ਜਾਸਕਰ ਹੈਗੀ ਆ, ਚਨਾਬ ਹੈਗੀ ਆ, ਸਤਲੁਜ ਹੈ, ਬਿਆਸ ਆ ਜਿਹੜੀ ਕਿ ਸਾਡੇ ਪੰਜਾਬ ਵਿੱਚ ਵੀ ਵਹਿੰਦਾ ਬਿਆਸ ਦਰਿਆ, ਰਾਵੀ। ਅਤੇ ਇਹਦੇ ਸੱਜੇ ਪਾਸੇ ਦੇ ਜਿਹੜੇ ਹੈਗੇ ਆ ਸਿਓਕ ਹੈ, ਗਿਲਗਿਤ ਹੈ, ਕਾਬੁਲ ਹੈ, ਸ਼ਿਗੋ ਹੈ। ਇਹ ਸਾਰੀਆਂ ਇਹਦੀਆਂ ਖੱਬੇ ਪਾਸੇ ਦੀਆਂ ਨਦੀਆਂ ਹਨ। ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਗੰਗਾ ਜਲ ਤੰਤਰ। ਗੰਗਾ ਨਦੀ ਨੂੰ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਸਾਡੇ ਭਾਰਤ ਵਿੱਚ ਸਭ ਤੋਂ ਪਵਿੱਤਰ ਨਦੀ ਮੰਨਿਆ ਗਿਆ ਹੈ। ਬਹੁਤ ਸਾਰੇ ਲੋਕ ਇਸ ਨਦੀ ਵਿੱਚ ਇਸ਼ਨਾਨ ਵੀ ਕਰਦੇ ਹਨ, ਖਾਸ ਕਰਕੇ ਹਿੰਦੂ ਧਰਮ ਦੇ ਲੋਕ ਇਸ ਨਦੀ ਨੂੰ ਬਹੁਤ ਹੀ ਪਵਿੱਤਰ ਮੰਨਦੇ ਹਨ। ਗੰਗਾ ਜਿਹੜੀ ਨਦੀ ਹੈਗੀ ਆ ਉੱਤਰਾਖੰਡ ਵਿੱਚ ਗੰਗੋਤਰੀ ਦੋਮੁਖ ਹਿਮ ਨਦੀ ਤੋਂ ਇਹਨੇ ਜਨਮ ਲਿਆ ਹੈਗਾ ਆ। ਦੇਵ ਪ੍ਰਯਾਗ ਵਿਖੇ ਅਲਕਨੰਦਾ ਨਾਲ ਸੰਗਮ ਤੋਂ ਬਾਅਦ ਇਸ ਨੂੰ ਗੰਗਾ ਦਾ ਨਾਮ ਦਿੱਤਾ ਗਿਆ। ਆਪਣੇ ਸ਼ੁਰੂਆਤੀ ਜਨਮ ਸਥਾਨ ਤੋਂ 280 ਕਿਲੋਮੀਟਰ ਤੱਕ, ਯਾਨੀ ਕਿ ਜਿੱਥੋਂ ਇਹਦਾ ਜਨਮ ਹੋਇਆ, ਜਨਮ ਕਿੱਥੋਂ ਹੋਇਆ ਇਹਦਾ? ਗੰਗੋਤਰੀ ਦੋਮੁਖ ਹਿਮ ਨਦੀ ਤੋਂ। ਉੱਥੋਂ ਲੈ ਕੇ ਜਿੰਨਾ ਇਹ ਹਰਿਦੁਆਰ ਦਾ ਸਫ਼ਰ ਤੈਅ ਕਰਦੀ ਹੈ, ਲਗਭਗ 280 ਕਿਲੋਮੀਟਰ ਇਹਦਾ ਸਫ਼ਰ ਬਣਦਾ ਹੈ ਅਤੇ ਇਸ ਤੋਂ ਬਾਅਦ ਇਹ ਮੈਦਾਨਾਂ ਵਿੱਚ ਦਾਖਲ ਹੋ ਜਾਂਦੀ ਹੈ। ਬੰਗਾਲ ਦੀ ਖਾੜੀ ਵਿੱਚ ਸਮੁੰਦਰ ਨਾਲ ਮੇਲ ਤੋਂ ਪਹਿਲਾਂ ਗੰਗਾ ਬ੍ਰਹਮਪੁੱਤਰ ਨਦੀ ਨਾਲ ਮਿਲ ਕੇ ਸੰਸਾਰ ਦਾ ਸਭ ਤੋਂ ਵਿਸ਼ਾਲ ਡੈਲਟਾ, ਜਿਹੜਾ ਕਿ ਸਾਡੇ ਭਾਰਤ ਵਿੱਚ ਹੀ ਹੈ, ਸੁੰਦਰਬਨ ਡੈਲਟਾ ਬਣਾਉਂਦੀ ਹੈ। ਸੁੰਦਰਬਨ ਡੈਲਟਾ ਜਿਹੜਾ ਹੈਗਾ ਸੰਸਾਰ ਦਾ ਸਭ ਤੋਂ ਵੱਡਾ ਡੈਲਟਾ ਹੈ। ਹੁਣ ਇੱਥੇ ਅਸੀਂ ਸੁੰਦਰਬਨ ਡੈਲਟਾ ਦੀ ਗੱਲ ਕੀਤੀ, ਪਰ ਡੈਲਟਾ ਬਾਰੇ ਜਾਣਕਾਰੀ ਹੋਣਾ ਵੀ ਜ਼ਰੂਰੀ ਹੈ, ਜਿਹੜੀ ਕਿ ਅੱਜ ਮੈਂ ਤੁਹਾਨੂੰ ਦੱਸ ਰਹੀ ਹਾਂ। ਸਭ ਤੋਂ ਪਹਿਲਾਂ ਨਦੀਆਂ ਦੀ ਸ਼ੁਰੂਆਤ ਹੁੰਦੀ ਕਿੱਥੋਂ ਆ?
ਇਹ ਪਹਾੜਾਂ ਦੀ ਬਰਫ਼ ਪਿਘਲਣ ਨਾਲ ਹੀ ਨਦੀਆਂ ਦੀ ਸ਼ੁਰੂਆਤ ਹੁੰਦੀ ਹੈ। ਜਿੱਥੋਂ ਨਦੀ ਦੀ ਸ਼ੁਰੂਆਤ ਹੁੰਦੀ ਹੈ ਉਸ ਏਰੀਏ ਨੂੰ ਉਦਗਮ ਖੇਤਰ ਕਿਹਾ ਜਾਂਦਾ ਹੈ। ਕਿਹੜਾ ਖੇਤਰ? ਉਦਗਮ ਖੇਤਰ। ਨਦੀ ਦੇ ਜਿਹੜਾ ਸ਼ੁਰੂਆਤ ਹੁੰਦੀ ਹੈ ਉਸ ਨੂੰ ਉਦਗਮ ਖੇਤਰ ਕਿਹਾ ਜਾਂਦਾ ਹੈ। ਜਦੋਂ ਨਦੀਆਂ ਪਹਾੜਾਂ ਤੋਂ ਨਿਕਲ ਕੇ ਥੱਲੇ ਨੂੰ ਆਉਂਦੀਆਂ ਤੇ ਬਹੁਤ ਤੇਜ਼ ਵਹਾਅ ਹੁੰਦਾ ਹੈ ਇਹਨਾਂ ਦਾ। ਤੇਜ਼ ਵਹਾਅ ਜਾਂ ਰਫ਼ਤਾਰ ਹੋਣ ਕਾਰਨ ਇਹ ਆਪਣੇ ਨਾਲ ਬਹੁਤ ਸਾਰੇ ਦਰਖਤ, ਬਹੁਤ ਸਾਰੇ ਧੂੜ ਕਣ, ਬਹੁਤ ਸਾਰੇ ਛੋਟੇ ਛੋਟੇ ਪੱਥਰ, ਮਿੱਟੀ, ਕੰਕਰ, ਮਰੇ ਹੋਏ ਜਾਨਵਰ, ਮਰੇ ਹੋਏ ਮਨੁੱਖ ਜਾਂ ਹੋਰ ਸਾਰਾ ਜਿਹੜਾ ਸਮਾਨ ਹੈ ਉਹ ਮੈਦਾਨੀ ਖੇਤਰ ਵਿੱਚ ਲੈ ਕੇ ਆਉਂਦੀਆਂ। ਜਦੋਂ ਇਹ ਮੈਦਾਨੀ ਖੇਤਰ ਵਿੱਚ ਪਹਾੜਾਂ ਤੋਂ ਨਿਕਲਣ ਵਾਲੀਆਂ ਨਦੀਆਂ ਜਾਂ ਦਰਿਆ ਮੈਦਾਨੀ ਖੇਤਰ ਵੱਲ ਆਉਂਦੇ ਹਨ ਤੇ ਇਹਨਾਂ ਦੀ ਰਫ਼ਤਾਰ ਜਿਹੜੀ ਹੈ ਬਹੁਤ ਹੌਲੀ ਹੋ ਜਾਂਦੀ ਹੈ। ਹੌਲੀ ਹੋਣ ਕਾਰਨ ਇਹ ਜਿਹੜਾ ਸਮਾਨ ਹੈ ਆਪਣੇ ਨਾਲ ਲਿਆਂਦੇ ਦਰਖਤ, ਧੂੜ ਕਣ, ਮਿੱਟੀ, ਕੰਕਰ, ਇਹ ਇੱਕ ਉਸੇ ਮੈਦਾਨੀ ਏਰੀਏ ਵਿੱਚ ਵਿਛਾ ਦਿੰਦੇ ਹੈ। ਉਹ ਨਦੀਆਂ ਦੇ ਮੁਹਾਨੇ 'ਤੇ ਆ ਕੇ ਰੁਕ ਜਾਂਦੇ। ਮੁਹਾਨੇ ਦਾ ਮਤਲਬ ਇਹ ਨਦੀ ਜਿਹੜੀ ਪਿੱਛੋਂ ਵਹਿ ਕੇ ਆਈ ਹੈ ਇਹਨੇ ਹੁਣ ਕਿਸੇ ਵੱਡੇ ਦਰਿਆ ਦੇ ਨਾਲ ਮਿਲਣਾ ਹੈ। ਮਿਲਣ ਤੋਂ ਪਹਿਲਾਂ ਇਹ ਜਿਹੜਾ ਸਮਾਨ ਜਿੱਥੇ ਛੱਡ ਕੇ ਜਾਂਦੀ ਹੈ, ਧੂੜ ਕਣ, ਮਿੱਟੀ ਜੋ ਵੀ ਹੈਗਾ ਉਸ ਨੂੰ ਮੁਹਾਨਾ ਕਿਹਾ ਜਾਂਦਾ ਹੈ। ਮੁਹਾਨੇ ਕੋਲ ਇਕੱਠਾ ਹੋ ਜਾਂਦਾ ਹੈ। ਉਸ ਜਗ੍ਹਾ ਨੂੰ ਕੀ ਕਿਹਾ ਜਾਂਦਾ ਹੈ? ਡੈਲਟਾ। ਇਹ ਮਿੱਟੀ ਬਹੁਤ ਉਪਯੋਗੀ ਹੁੰਦੀ ਹੈ ਫਸਲਾਂ ਲਈ। ਜਿੱਦਾਂ ਸੁੰਦਰਬਨ ਡੈਲਟਾ ਦੀ ਗੱਲ ਕਰਦੇ ਹਾਂ, ਇੱਥੇ ਦਲਦਲ ਹੀ ਹੈ ਜ਼ਿਆਦਾ, ਇੱਥੇ ਬਹੁਤ ਸਾਰੇ ਦਰਖਤ ਹੈ। ਖਾਸ ਕਰਕੇ ਸਾਡੇ ਜਿਹੜੇ ਚੀਤਿਆਂ ਦੀ ਜਿਹੜੀ ਇੱਕ ਕਿਸਮ ਹੈਗੀ ਆ ਉਹ ਸੁੰਦਰਬਨ ਡੈਲਟਾ ਵਿੱਚ ਹੀ ਪਾਈ ਜਾਂਦੀ ਹੈ। ਇਸ ਤੋਂ ਅੱਗੇ ਅਸੀਂ ਗੱਲ ਕਰਦੇ ਹੈਗੇ ਹਾਂ ਬ੍ਰਹਮਪੁੱਤਰ ਜਲ ਤੰਤਰ ਦੀ, ਕਿਉਂਕਿ ਇਹ ਹਿਮਾਲਿਆ ਨਦੀ ਵਿੱਚ ਹੀ ਆਉਂਦਾ ਹੈ। ਬ੍ਰਹਮਪੁੱਤਰ ਦਾ ਜਨਮ ਤਿੱਬਤ ਵਿੱਚ ਕੈਲਾਸ਼ ਪਰਬਤ ਲੜੀ ਵਿੱਚ ਆਗਸੀ ਹਿਮ ਨਦੀ ਤੋਂ ਹੋਇਆ ਹੈ। ਤਿੱਬਤ ਵਿੱਚ ਬ੍ਰਹਮਪੁੱਤਰ ਨੂੰ ਸ਼ਾਗਪੋ ਅਤੇ ਚੀਨੀ ਭਾਸ਼ਾ ਵਿੱਚ ਇਸ ਨੂੰ ਜਾਰਲੁੰਗ ਸ਼ਾਗਪੋ ਕਿਹਾ ਜਾਂਦਾ ਹੈ। ਬ੍ਰਹਮਪੁੱਤਰ ਦੀ ਕੁੱਲ ਲੰਬਾਈ 2900 ਕਿਲੋਮੀਟਰ ਹੈ ਤੇ ਇਸ ਦੀਆਂ ਬਹੁਤ ਸਾਰੀਆਂ ਜਿਹੜੀਆਂ ਸਹਾਇਕ ਨਦੀਆਂ ਹੈਗੀਆਂ ਆ, ਜਿਨ੍ਹਾਂ ਵਿੱਚ ਤੁਸੀਂ ਸੁਬਨ ਸਿਰੀ ਹੈ, ਕਾਮੇਗ ਹੈਗੀ ਆ, ਦਿਹਾਂਗ ਹੈ, ਲੋਹਿਤ ਹੈਗੀ ਆ, ਤੀਸਤਾ ਹੈਗੀ, ਤੋਸਰਾ ਹੈਗੀ ਆ, ਮਾਨਸ ਹੈ, ਪੂਰੀ ਹੈ। ਇਹ ਜਿਹੜੀਆਂ ਇਹਦੀਆਂ ਸਹਾਇਕ ਨਦੀਆਂ ਹੈਗੀਆਂ ਆ। ਇਸ ਤੋਂ ਅੱਗੇ ਅਸੀਂ ਕਰਾਂਗੇ ਪ੍ਰਾਦੀਪੀ ਜਲ ਤੰਤਰ।